ਉਹ ਮੁਸਲਮਾਨ ਲੋਕ ਨੇ ਕਿ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੀ ਸਰਜ਼ਮੀਨ ਨੂੰ ਤਰਜੀਹ ਦਿੱਤੀ। ਜਿਹੜੇ ਵਕਫ ਬੋਰਡ ਦੀ ਜ਼ਮੀਨ ਹੈ ਇਹ ਸਾਡੇ ਜਿਹੜੇ ਪਾਰਟੀਸ਼ਨ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਵਕਫ ਬੋਰਡ ਬਣਾਇਆ ਗਿਆ ਸੀ ਤੇ ਸਾਡੀ ਕੌਮ ਦੇ ਜ਼ਿੰਮੇਦਾਰ ਲੋਕਾਂ ਨੂੰ ਉਹਦੀ ਰੱਖ ਰਖਾਓ ਲਈ ਮੈਂਬਰ ਬਣਾਇਆ ਜਾਂਦਾ ਹੈ ਔਰ ਐਡਮਿਨਿਸਟ੍ਰੇਸ਼ਨ ਨਾਲ ਕੋਆਰਡੀਨੇਟ ਕਰਕੇ ਜਿਹੜੇ ਸਾਡੇ ਮਸਜਿਦ ਮਦਰਸੇ ਨੇ ਜਿਹੜੀਆਂ ਸਾਡੀਆਂ ਸਿੱਖਿਅਕ ਸੰਸਥਾਵਾਂ ਨੇ ਉਹਨਾਂ ਨੂੰ ਗਰੰਟਾਂ ਜਾਰੀ ਕੀਤੀਆਂ ਜਾ ਰਹੀਆਂ। ਉਹਨਾਂ ਦੀ ਜ਼ਮੀਨਾਂ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਟਾਰਗੇਟ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾਵੇ, ਮਾਈਨੋਰਟੀ ਨੂੰ ਟਾਰਗੇਟ ਕੀਤਾ ਜਾਵੇ ਤੇ ਇਹਨਾਂ ਦੀ ਜਿਹੜੀਆਂ ਜ਼ਮੀਨਾਂ ਨੇ ਜੋ ਕਿ ਇਹਨਾਂ ਦੇ ਵੱਡੇ ਬਜ਼ੁਰਗਾਂ ਦੀ ਸਾਡੇ ਜਿਹੜੀ ਜ਼ਮੀਨਾਂ ਨੇ ਉਹਨਾਂ ਨੂੰ ਹੜਪਣ ਦੀ ਕਿਤੇ ਕੋਸ਼ਿਸ਼ ਕੀਤੀ ਜਾਵੇ। ਪੰਜਾਬ ਸਰਕਾਰ ਹਾਂਜੀ, ਜੇ ਤੁਹਾਡਾ ਹੱਲ ਨਹੀਂ ਹੁੰਦਾ ਕੀ ਕਰੋਗੇ? ਅਸੀਂ ਸਾਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਬਹੁਤ ਰੂਟਸ ਲੈਵਲ ਤੋਂ ਲੈ ਕੇ ਬਹੁਤ ਉੱਪਰ ਤੱਕ ਜਾਊਗਾ। ਪੰਜਾਬ ਸਰਕਾਰ ਤੋਂ ਕੀ ਮੰਗ ਹੈ? ਕੇਂਦਰ ਸਰਕਾਰ ਕਹਿ ਰਹੀ ਹੈ ਵਕਫ ਬੋਰਡ ਨੂੰ ਅਸੀਂ ਮਜ਼ਬੂਤ ਕਰ ਰਹੇ ਹਾਂ। ਉਹ ਤਾਂ ਚੋਰਾਂ ਦੀ ਸਰਕਾਰ ਆ, ਕੇਂਦਰ ਸਰਕਾਰ ਚੋਰਾਂ ਦੀ ਸਰਕਾਰ ਹੈ, ਚੋਰਾਂ ਦੀ। ਹਾਂ, ਉਹ ਚੋਰਾਂ ਦੀ ਸਰਕਾਰ ਹੈ। ਉਹਨਾਂ ਨੇ 1925 ਦੇ ਵਿੱਚ ਅੰਗਰੇਜ਼ਾਂ ਨੂੰ ਲਿਖ ਕੇ ਦੇਤਾ ਕਿ ਅਸੀਂ ਆਜ਼ਾਦੀ ਦਾ ਕੁਝ ਨਹੀਂ ਲੈਣਾ। ਉਹ ਹੁਣ ਕੀ ਕਰ, ਮੇਰਾ ਨਾਮ ਹੈ ਉਬੈਦੁਰ ਰਹਿਮਾਨ ਨੂੰ ਧਿਆਨ ਵੀ ਆਈ ਸਮਝ ਗੱਲ ਤੇ ਮੈਂ 300 ਸਾਲ ਦੇ ਅਸੀਂ ਇੱਥੇ ਰਹਿਣ ਵਾਲੇ ਆ ਆਈ ਸਮਝ। ਤੇ ਇਹ ਜਿਹੜੇ ਬੰਦੇ ਨੇ ਇਹ ਬੰਦੇ ਜਿਹੜੇ ਆ ਲੁੱਟ ਰਹੇ ਆ ਮੁਲਕ ਨੂੰ, ਇਹ ਮੁਲਕ ਨੂੰ ਪਹਿਲਾਂ ਵੀ ਲੁੱਟਿਆ ਹੁਣ ਵੀ ਲੁੱਟਣ ਲੱਗੇ ਆ। ਹੁਣ ਇਹ ਸਾਡੀਆਂ ਜ਼ਮੀਨਾਂ ਖੋਣ ਲੱਗੇ ਆ, ਕਬਰਸਤਾਨ ਖੋਣ ਲੱਗੇ ਆ। ਮਤਲਬ ਇਹ ਕਿ ਅਸੀਂ ਜ਼ਮੀਨ 'ਚ ਜਿਹੜੀਆਂ ਜ਼ਮੀਨਾਂ ਅਸੀਂ ਆਪ ਵਕਫ ਕੀਤੀਆਂ ਆਪ ਦਿੱਤੀਆਂ ਉਹ ਵੀ ਸਾਨੂੰ ਸਾਡੀਆਂ ਨਾਲ ਹਾਸਲ ਨਹੀਂ ਕਰ ਸਕਦੇ। ਅਸੀਂ ਵਕਫ ਦੀ ਬੋਰਡ ਨੂੰ ਅਸੀਂ ਮਜ਼ਬੂਤ ਕਰਨਾ। ਉਹ ਕਾਹਦਾ ਮਜ਼ਬੂਤ ਕਰਨਾ? ਇਹ ਤਾਂ ਕਹਿੰਦਾ ਅਸੀਂ ਪੱਕਾ ਬੋਰਡ, ਅਸੀਂ ਤਾਂ ਵੋਟਾਂ ਮਜ਼ਬੂਤ ਕਰਦੇ ਆ। ਅਸੀਂ ਸਭ EVM ਲਾ ਕੇ ਉਹ ਪੱਕਾ ਹੀ ਬਹਿ ਗਿਆ ਰਾਜਾ ਬਣ ਕੇ ਆਈ ਸਮਝਣਾ। ਵੋਟ ਲੈ ਕੇ ਸਭ ਕੁਝ ਕਰੀ ਜਾਂਦੇ। ਜਿਹੜੀ ਪ੍ਰਾਪਰਟੀ ਹੈ ਉਹ ਮੁਸਲਮਾਨ ਦੀ ਪ੍ਰਾਪਰਟੀ ਹੈ, ਸਾਡੇ ਬਜ਼ੁਰਗਾਂ ਦੀ ਪ੍ਰਾਪਰਟੀ ਹੈ ਤੇ ਇਹ ਸਰਕਾਰ ਇਹਨੂੰ ਸਿੱਧਾ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਹ ਜਿਹੜੀ ਵਕਫ ਦੀ ਪ੍ਰਾਪਰਟੀ ਹੈ ਇਹ ਮੁਸਲਮਾਨਾਂ ਲਈ ਜਿੱਦਾਂ ਮਸਜਿਦਾਂ ਲਈ, ਕਬਰਸਤਾਨ ਲਈ, ਮਦਰਸੇ ਲਈ ਤਾਂ ਬੇਵਾਵਾਂ ਲਈ ਪੈਨਸ਼ਨ ਲਗਾਉਣ ਵਾਸਤੇ ਇਹ ਵਕਫ ਬੋਰਡ ਬਣਿਆ ਸੀਗਾ। ਤੇ ਇਹ ਬੋਰਡ ਨੂੰ ਉਹ ਖਾਰਿਜ ਕਰਕੇ ਇਹ ਸਾਰਾ ਪ੍ਰਾਪਰਟੀ ਹੜਪਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਤੇ ਇਹ ਮੋਦੀ ਸਰਕਾਰ ਨੂੰ ਇਹ ਸਾਡੇ ਵੱਲੋਂ ਜਿਹੜੀ ਹੈ ਕਿ ਉਹ ਚੇਤਾਵਨੀ ਹੈ ਕਿ ਇੱਦਾਂ ਦੀ ਜਿਹੜੀ ਹੈ ਮੁਸਲਮਾਨ ਦੇ ਜਿਹੜੇ ਧਰਮ ਦੇ ਵਿੱਚ ਉਹ ਛੇੜਖਾਨੀ ਕਰਨਾ ਬੰਦ ਕਰ ਦੇਣ, ਨਹੀਂ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਇਨਕਲਾਬ ਆਏਗਾ ਤੇ ਸਾਰੇ ਮੁਸਲਮਾਨ ਇਸ ਸੜਕ ਤੇ ਨਿਕਲ ਕੇ ਤੇ ਮੁਸਲਮਾਨ ਔਰ ਅਕਲੀਅਤ ਪੂਰੀ ਅਕਲੀਅਤ ਕਰਾਂਗੇ। ਪੂਰੀ ਅਕਲੀਅਤ ਜਿੰਨਾ ਵੀ ਤਬਕਾ ਹੈ ਉਹ ਸਾਰਾ ਨਾਲ ਲੈਣਾ ਪਊਗਾ। ਤੇ ਕਿਉਂਕਿ ਸਰਕਾਰ ਦੇ ਵਿੱਚ ਜਿਹੜਾ BJP ਸਰਕਾਰ ਦੇ ਵਿੱਚ ਇੱਕ ਵੀ ਮੁਸਲਮਾਨ ਜਿਹੜੇ ਕਿ ਨਹੀਂ ਹੈਗੇ ਤਾਂ ਅੱਜ ਮੰਨ ਲਓ ਵਕਫ ਬਿੱਲ ਦੇ ਵਿੱਚ ਮੁਸਲਮਾਨ ਨੂੰ ਇਤਰਾਜ਼ ਹੈ ਤੇ ਸਰਕਾਰ ਨੂੰ ਤਾਂ ਉਹਨੂੰ ਜਿਹੜੀ ਮੁਸਲਮਾਨ ਦੀ ਪ੍ਰਾਪਰਟੀ ਹੈ ਉਹ ਦਾਨ ਕੀਤੀ ਹੋਈ ਪ੍ਰਾਪਰਟੀ ਹੈ ਉਹਦੇ ਵਿੱਚ ਕਿਉਂ ਦਖਲ ਅੰਦਾਜ਼ੀ ਸਰਕਾਰ ਕਰ ਰਹੀ ਹੈ? ਉਹ ਸਾਡੀ ਪ੍ਰਾਪਰਟੀ ਹੈ, ਸਾਡੇ ਮੁਸਲਮਾਨਾਂ ਦੀ ਪ੍ਰਾਪਰਟੀ ਹੈ। ਤਾਂ ਉਹ ਪ੍ਰਾਪਰਟੀ ਉਹ ਜਿਹੜੀ ਬਿੱਲ ਬਣੀ ਸੀ ਕਿ ਜਿੱਦਾਂ ਮਸਜਿਦ ਮਦਰਸੇ ਕਬਰਸਤਾਨਾਂ ਲਈ ਕਿਸੇ ਬੇਵਾ ਦੀ ਪੈਨਸ਼ਨ ਲਗਾਉਣ ਲਈ ਤਾਂ ਉਹ ਕੰਟੀਨਿਊ ਸਹੀ ਚੱਲ ਰਿਹਾ ਹੈ ਤਾਂ ਉਹਨੂੰ ਹੜਪਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਸੀਂ ਉਹਦਾ ਖੰਡਨ ਕਰਦੇ ਹਾਂ। ਪਹਿਲਾਂ ਵੀ ਜਿਹੜੇ ਡੁਪਲੀਕੇਟ मैं अब्दुल हलीम रज़वी मरकज़ी सुन्नी नूरी जामा मस्जिद, यहाँ पर आने का मकसद हम लोगों का ये है कि 2025 जो वक्फ बिल पास हुआ जो कहीं से कहीं तक मुसलमानों के हक़ में बेहतर नहीं है, इसलिए हम सब यहाँ पर हाज़िर होकर के अपना जो है गुस्से का इजहार कर रहे हैं कि जो बिल पास हुआ वो सही नहीं है, हम सब के हक़ में बेहतर नहीं है। इसलिए बिल वापस लिया जाए ताकि हम जो है मुसलमान जिस तरीके से हिंदुस्तान में रहना चाहते हैं और दीगर कौमें भी रहती हैं, दीगर मज़हब वाले भी रहते हैं, वो चैन सुकून से रहते हैं, हम भी चैन सुकून से रहना चाहते हैं। लेकिन ये वक्फ बिल पास होने की वजह से हमारा चैन सुकून एक तौर पर ख़त्म हो चुका है, इसलिए कि ये सीधा मुसलमानों पर हमला है। हमारी मस्जिदों पर, मदरसों पर और भी दीगर जो है मुक़द्दस मकामात हैं मुसलमानों के, उन पर हमला हम समझते हैं। इसलिए जो है ये जुलूस निकालने का, प्रोटेस्ट करने का मतलब यही है कि ये बिल वापस लिया जाए ताकि जिस तरीके से हिंदुस्तानी हवा बिल्कुल प्यार मोहब्बत के साथ कायम रहनी चाहिए उसी तरीके से प्यार मोहब्बत से कायम रहे। और इससे ये भी होगा कि हिंदुस्तान में जब अमन और चैन सुकून होगा तो हिंदुस्तान हमारा तरक्की की तरफ गामज़न होगा। और अगर इसी तरीके के कानून आते रहे तो फिर खलफशार पैदा होगा, और जब खलफशार पैदा होगा एक दूसरे में दूरियां होगी, इसी से मामलात हालात बिगड़ते हैं, एक दूसरे के दुश्मन बनते हुए नज़र आते हैं। इसलिए हम कानून से यही मुतालबा करते हैं कि ऐसा जो है कानून जो पास हुआ है मोदी सरकार से और पंजाब
सीएम के ज़रिए भी इस बात को हम पहुंचाने की कोशिश करेंगे, उनसे भी कहेंगे कि आप इस बिल को वापस करवाइए, ताकि यहाँ की फ़ज़ा, हिंदुस्तान की फ़ज़ा जो है अमन व शांति का गहवारा बना रहे और सब में प्यार मोहब्बत, उल्फत व मोहब्बत जो है बाकी रहे। इसलिए हम इस बिल के खिलाफ यहाँ पर आए हुए। ਡੀਸੀ ਸਾਹਿਬ ਨੂੰ ਮੰਗ ਪੱਤਰ ਅਸੀਂ ਇਹੀ ਦਿੱਤਾ ਅੱਜ, ਜੋ ਪਿਛਲੇ ਦਿਨੀ ਆਪਣਾ ਕਾਨੂੰਨ ਪਾਸ ਹੋਇਆ ਸੰਸਦ ਦੇ ਵਿੱਚ, ਕਾਲਾ ਕਾਨੂੰਨ ਜੋ ਪਾਸ ਕੀਤਾ ਹੈ, ਵਕਫ ਅਮੈਂਡਮੈਂਟ ਬਿੱਲ ਜਿਹੜਾ ਪਾਸ ਹੋਇਆ ਹੈ, ਉਹ ਸਾਡੀ ਕੌਮ ਦੇ ਖਿਲਾਫ ਹੋਇਆ ਤੇ ਅਸੀਂ ਇਹਦਾ ਪੁਰਜੋਰ ਵਿਰੋਧ ਕਰਦੇ ਹਾਂ। ਤੇ ਮੈਂ ਜ਼ਿਆਦਾ ਨਹੀਂ ਬੋਲੂੰਗਾ, ਮੈਂ ਸਿਰਫ ਇਹ ਕਹਿਣਾ ਚਾਹੂੰਗਾ ਭਗਵੰਤ ਮਾਨ ਸੀਐਮ ਜੋ ਪੰਜਾਬ ਨੇ, ਉਹਨਾਂ ਅੱਗੇ ਸਾਡੀ ਗੁਜ਼ਾਰਿਸ਼ ਹੈ ਕਿ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜਾਵੇ ਕਿ ਇਹ ਪੰਜਾਬ ਦੇ ਵਿੱਚ ਇਹ ਕਾਨੂੰਨ ਸਾਡਾ ਲਾਗੂ ਨਾ ਹੋਵੇ। ਜਿਵੇਂ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਵਿੱਚ ਇਹਦੀ ਕੜੀ ਨਿੰਦਿਆ ਕੀਤੀ ਹੈ, ਉੱਦਾਂ ਹੀ ਅਸੀਂ ਪੰਜਾਬ ਸਰਕਾਰ ਤੋਂ ਵੀ ਇਹ ਚਾਹੁੰਦੇ ਹਾਂ ਕਿ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਜਾਵੇ ਕਿ ਜੋ ਇਹ ਵਕਫ ਅਮੈਂਡਮੈਂਟ ਬਿੱਲ ਹੈ ਉਹ ਪੰਜਾਬ ਦੇ ਵਿੱਚ ਲਾਗੂ ਨਾ ਕੀਤਾ ਜਾਵੇ। ਮੇਰੀ ਇਹੀ ਗੁਜ਼ਾਰਿਸ਼ ਹੈ ਜੀ। आज मुस्लिम भाईचारे की तरफ से डीसी साहब को एक मेमोरेंडम दिया गया वक्फ बिल अमेंडमेंट 2025 के ख़िलाफ़, और उसमें लुधियाना शहर के तमाम उलमा इकराम, मसाजिद के ज़िम्मेदार हजरात यहाँ पर तशरीफ़ लाए और सब लोगों ने मिलकर एकजहती का मुजाहरा किया और पुरअमन तरीके से ये एहतजाज दर्ज किया गया। हम सब लोग अल्हम्दुलिल्लाह बनाम मुस्लिम एक हैं और यहाँ पर इस बात का इजहार करने के लिए आए हैं कि ये जो वक्फ बिल अमेंडमेंट बिल जो पास किया गया है ये मुसलमानों के सरासर ख़िलाफ़ है, वक्फ के ख़िलाफ़ है, संविधान के ख़िलाफ़ है, मुल्क के ख़िलाफ़ है। इसकी हम लोग पूरी मजम्मत करते हैं, निंदा करते हैं और हुकूमत से ये मांग करते हैं कि इस बिल को वापस किया जाए, इसलिए कि ये मुसलमानों के हक़ में काला कानून है और अगर ये कानून वापस नहीं लिया गया तो और मज़ीद इhtजाजी मुजाहरे पूरे हिंदुस्तान में देखे जा सकते हैं। जहाँ से अच्छा हिंदुस्तान हमारा, हम बुलबुलें हैं इसकी ये गुलसिता हमारा। आज वक्फ तरमीम बिल जो पास किया गया 2025 की, हम लोग इसे मनसूख करवाने के लिए यहाँ इकट्ठा हुए, जमा हुए कि ये बिल ख़त्म की जाए। ये सरासर हमारे मुल्क भारत के मुसलमानों पर जुल्म किया जा रहा है। हिंदुस्तान गवर्नमेंट से पुरअमन तरीक़े से हम लोग अपील करने के लिए यहाँ इकट्ठा हुए, एकत्रित हुए हैं कि ये वक्फ तरमीम बिल पूरी तरह से मनसूख किया जाए जो पास किया गया है। बस इतना ही चाहते हैं कि हमारा मुल्क एक गुलदस्ते का गहवारा है, एक गुलदस्ते की तरह है, जहाँ आज से नहीं एक ज़माने से हिंदू, मुस्लिम, सिख, ईसाई सब एक साथ मिलकर अमन व शांति के साथ रहते चले आए, जिसे यूँ कह लिया जाए कि सारे जहाँ से अच्छा हिंदुस्तान हमारा, हम बुलबुलें हैं इसकी ये गुलसिता हमारा। तो हम आए इसलिए हम ये कहना चाहते हैं कि हमको इसी तरह, जिस तरह गुलदस्ते में रंग बिरंगे फूल होते हैं और सारे इकट्ठा रहते हैं तो गुलदस्ते की खूबसूरती बढ़ी रहती है, हमको इसी तरह से रहने दिया जाए, हमें अलग ना किया जाए और किसी तरह की कोई हमारे अंदर ना इत्तेफाकी ना पैदा की जाए। ये बिल सरासर गलत है, इसे मनसूख किया जाए, ख़त्म किया जाए, ये मांग है। संविधान बचाओ।